Students, this is Jagdeep Singh, teacher of Guru Hargobind Public High School Fatehgarh. So what were we reading? ਆਪਾਂ ਕੀ ਪੜ੍ਹ ਰਹੇ ਸੀ ਹੁਣ ਤੱਕ? ਆਪਣੇ ਕੀ ਪੜ੍ਹਿਆ? ਆਪਣੇ ਸੈਂਟੈਂਸ ਪੜ੍ਹਿਆ, ਜਿਸ ਦੇ ਵਿੱਚ ਪਹਿਲਾਂ ਡਿਕਲੇਰੇਟਿਵ ਸੈਂਟੈਂਸ ਪੜ੍ਹ ਰਹੇ ਸੀ, ਉਸ ਦੀਆਂ 2 ਐਕਸਰਸਾਈਜ਼ ਕਰਨੀਆਂ ਸੀ। ਦੈਨ ਆਪਣੇ ਇੰਟਰੋਗੇਟਿਵ ਸੈਂਟੈਂਸ ਪੜ੍ਹਿਆ, ਜਿਸ ਦੀਆਂ ਸ਼ਾਇਦ ਇੱਕ ਐਕਸਰਸਾਈਜ਼ ਸੀ। ਦੈਨ ਆਪਾਂ ਨੇ ਕੀ ਪੜ੍ਹਿਆ ਸੀਗਾ? ਇੰਪੈਰੇਟਿਵ ਸੈਂਟੈਂਸ, ਜਿਸ ਦੀਆਂ 2 ਐਕਸਰਸਾਈਜ਼ ਕਰਨੀਆਂ ਸੀ। ਲਾਸਟ ਸੈਂਟੈਂਸ ਕੀ ਅੱਜ? ਐਕਸਕਲੇਮੇਟਰੀ ਸੈਂਟੈਂਸ। ਐਕਸਕਲੇਮੇਟਰੀ ਸੈਂਟੈਂਸ ਕਿਹੜੇ ਹੁੰਦੇ ਨੇ? ਜਦੋਂ ਆਪਾਂ ਨੇ ਆਪਣੀ ਫੀਲਿੰਗ ਨੂੰ ਵਿਅਕਤ ਕਰਨਾ ਹੋਵੇ। ਮੰਨ ਲਓ ਤੁਸੀਂ ਬਹੁਤ ਖੁਸ਼ ਹੋ, ਤਾਂ ਕੋਈ ਇਨਸਾਨ ਦੂਸਰਾ ਖੁਸ਼ ਹੈ ਤਾਂ ਤੁਸੀਂ ਕਹੋਗੇ ਵਾਟ ਅ ਹੈਪੀ ਮੈਨ, ਕਿ ਉਹ ਇਨਸਾਨ ਕਿੰਨਾ ਖੁਸ਼ ਹੈ। ਜੇ ਤੁਸੀਂ ਤੁਹਾਡਾ ਜਿਹੜਾ ਦਿਨ ਹੈ ਉਹ ਬਹੁਤ ਵਧੀਆ ਗਿਆ, ਤੁਸੀਂ ਕਹੋਗੇ ਵਾਟ ਅ ਡੇ ਟੂਡੇ ਵਾਜ਼, ਕਿ ਅੱਜ ਦਾ ਦਿਨ ਕਿੰਨਾ ਵਧੀਆ ਸੀ। ਤੁਹਾਨੂੰ ਕੋਈ ਸਾਹਮਣੇ ਬਹੁਤ ਵਧੀਆ ਸੀਨਰੀ ਦਿਸ ਗਈ ਤਾਂ ਤੁਸੀਂ ਕਹੋਗੇ ਵਾਟ ਅ ਬਿਊਟੀਫੁਲ ਸੀਨਰੀ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਆਪਣੀ ਜਿਹੜੀਆਂ ਫੀਲਿੰਗਸ ਨੇ, ਆਪਣੇ ਕੋਈ ਵੀ ਅੰਦਰ ਦੇ ਇਮੋਸ਼ਨਸ ਨੇ, ਜਦੋਂ ਉਹਨਾਂ ਨੂੰ ਬਾਹਰ ਕੱਢਦੇ ਹਾਂ, ਉਹ ਉਹਨਾਂ ਨੂੰ ਸੈਂਟੈਂਸ ਦੇ ਵਿੱਚ ਆਪਾਂ ਬੋਲਦੇ ਹਾਂ ਜਾਂ ਲਿਖਦੇ ਹਾਂ, ਉਹ ਸਾਰੇ ਕਿਸ ਦੇ ਵਿੱਚ ਆਉਂਦੇ ਨੇ? ਐਕਸਕਲੇਮੇਟਰੀ ਸੈਂਟੈਂਸਿਸ। ਇਹਦੀ ਡੈਫੀਨੇਸ਼ਨ ਪੜ੍ਹੋ। ਐਕਸਕਲੇਮੇਟਰੀ ਸੈਂਟੈਂਸ ਐਕਸਪ੍ਰੈਸ ਸਰਪ੍ਰਾਈਜ਼, ਐਡਮਿਰੇਸ਼ਨ, ਸੋਰੋ ਐਂਡ ਅਦਰ ਫੀਲਿੰਗਸ। ਦੇਖੋ, ਸਰਪ੍ਰਾਈਜ਼, ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ। ਜਿਵੇਂ ਕੀ ਹੋਏਗਾ, ਤੁਸੀਂ ਕੋਈ ਮੂਵੀ ਦੇਖਣ ਚਲੇ ਗਏ, ਤਾਂ ਤੁਸੀਂ ਜਦੋਂ ਮੂਵੀ ਦੇਖੀ ਤਾਂ ਤੁਸੀਂ ਕਹੋਗੇ ਵਾਟ ਅ ਹੌਰਰ ਮੂਵੀ, ਕਿ ਕਿੰਨੀ ਭਿਆਨਕ ਮੂਵੀ ਹੈ, ਸਰਪ੍ਰਾਈਜ਼ ਹੋ ਗਏ। ਜਾਂ ਤੁਸੀਂ ਕੀ ਕਹੋਗੇ, ਤੁਸੀਂ ਕਿਤੇ ਖੜ੍ਹ ਕੇ, ਤੁਸੀਂ ਹਿਲ ਸਾਈਡ 'ਤੇ ਖੜ੍ਹ ਕੇ ਤੁਸੀਂ ਦੇਖੋਗੇ ਡੈਪਥ ਬਹੁਤ ਜ਼ਿਆਦਾ ਹੈ, ਤਾਂ ਤੁਸੀਂ ਕਹੋਗੇ ਕਿ ਵਾਟ ਅ ਹੌਰਰ ਲਾਈਕ ਸੀਨ ਬਿਕਮ ਟੂਡੇ ਦਿਸ, ਕਿ ਇਹ ਕਿੰਨਾ ਡਰਾਵਣਾ ਜਿਹਾ ਬਣ ਗਿਆ। ਜਾਂ ਤੁਸੀਂ ਕਹਿ ਸਕਦੇ ਹੋ ਕਿ ਕਿੰਨੀ ਜ਼ਿਆਦਾ ਇਹਦੀ ਡੂੰਘਾਈ ਹੈ, ਵਾਟ ਅ ਡੈਪਥ ਦਿਸ ਹਿਲ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਕਹਿ ਸਕਦੇ ਹੋ। ਆਪਣਾ ਦੁੱਖ ਪ੍ਰਗਟ ਕਰ ਸਕਦੇ ਹੋ, ਜਾਂ ਤੁਸੀਂ ਆਪਣੀ ਖੁਸ਼ੀ ਪ੍ਰਗਟ ਕਰ ਸਕਦੇ ਹੋ। ਖੁਸ਼ੀ ਦੇ ਵਿੱਚ ਕੀ ਆਏਗਾ? ਫੋਰ ਐਗਜ਼ਾਮਪਲ ਤੁਸੀਂ ਕੋਈ ਮੈਚ ਜਿੱਤ ਗਏ, ਤੁਸੀਂ ਕਹੋਗੇ ਹੁਰਰਾ ਵੀ ਵੌਨ ਦਾ ਮੈਚ, ਕਿ ਅਸੀਂ ਮੈਚ ਜਿੱਤ ਕੇ। ਮੀਨਸ ਜੋ ਫੀਲਿੰਗਸ ਆਪਾਂ ਨੇ ਵਿਅਕਤ ਕਰਨੀਆਂ ਨੇ। ਸੋ ਦੇ ਯੂਜੂਅਲੀ ਬਿਗਨ ਵਿਦ ਵਟ ਔਰ ਹਾਊ। ਹਾਊ ਅਤੇ ਵਟ ਦੇ ਨਾਲ ਸ਼ੁਰੂ ਹੁੰਦੇ ਨੇ। ਦੇ ਐਂਡ ਵਿਦ ਐਨ ਐਕਸਕਲੇਮੇਸ਼ਨ ਮਾਰਕ। ਜਿਹੜਾ ਇਹ ਮਾਰਕ ਹੈ, ਇਹ ਜਿਹੜੇ ਵੀ ਐਕਸਕਲੇਮੇਟਰੀ ਵਰਡ ਨੇ, ਉਹ ਹਮੇਸ਼ਾ ਇਹਦੇ ਨਾਲ ਹੀ ਖਤਮ ਹੋਣਗੇ। ਸੋ ਇਹ ਸਾਰੀਆਂ ਚੀਜ਼ਾਂ ਕਿਸ ਚੀਜ਼ 'ਚ ਆਉਂਦੀਆਂ ਨੇ? ਐਕਸਕਲੇਮੇਟਰੀ ਸੈਂਟੈਂਸ ਦੇ ਵਿੱਚ। ਹੁਣ ਆਪਾਂ ਐਗਜ਼ਾਮਪਲ ਦੇਖਾਂਗੇ। ਵਾਟ ਅ ਹੌਰੀਬਲ ਸਾਈਟ, ਕਿ ਕਿੰਨਾ ਭਿਆਨਕ ਸੀਨ ਬਣ ਗਿਆ। ਹਾਊ ਕਲੈਵਰ ਸ਼ੀ ਇਜ਼, ਕਿ ਉਹ ਕਿੰਨੀ ਜ਼ਿਆਦਾ ਚਲਾਕ ਹੈ। ਦੇਖੋ, ਇਹਦੇ ਵਿੱਚ ਕੀ ਆਪਾਂ ਨੇ ਕੀ ਕਰਤਾ? ਕਿਸ ਦੀ ਐਡਮਿਰੇਸ਼ਨ ਕਰਤੀ, ਕਿ ਉਹ ਕਿੰਨੀ ਚਲਾਕ ਹੈ, ਉਹਦੀ ਪ੍ਰਸ਼ੰਸਾ ਕਰਤੀ। ਵਾਟ ਅ ਸ਼ੇਮ, ਕਿੰਨੀ ਸ਼ਰਮ ਦੀ ਗੱਲ ਹੈ। ਇਹ ਸਾਰੀਆਂ ਕੀ ਨੇ? ਆਪਣੀ ਫੀਲਿੰਗਸ ਨੇ, ਆਪਣੇ ਇਮੋਸ਼ਨਸ ਨੇ। ਹਾਊ ਵੈਲ ਹੀ ਪਲੇਜ਼, ਉਹ ਕਿੰਨਾ ਵਧੀਆ ਖੇਡਿਆ। ਸੋ ਇਹ ਸਾਰੀਆਂ ਚੀਜ਼ਾਂ ਕਿਸ 'ਚ ਆਉਂਦੀਆਂ ਨੇ? ਐਕਸਕਲੇਮੇਟਰੀ ਸੈਂਟੈਂਸ ਦੇ ਵਿੱਚ। ਬਸ ਇੱਕ ਗੱਲ ਦਾ ਧਿਆਨ ਰੱਖਣਾ, ਜਦੋਂ ਵੀ ਇਹਨਾਂ ਸੈਂਟੈਂਸ ਦਾ ਐਂਡ ਕਰਨਾ, ਇਹ ਮਾਰਕ ਐਂਡ ਦੇ ਵਿੱਚ ਆਏਗਾ ਹੀ ਆਏਗਾ। ਡਿਕਲੇਰੇਟਿਵ ਦੇ ਵਿੱਚ ਆਪਾਂ ਕੀ ਕਰਦੇ ਸੀ? ਫੁੱਲ ਸਟਾਪ। ਇੰਟਰੋਗੇਟਿਵ ਦੇ ਵਿੱਚ ਕੁਐਸਚਨ ਮਾਰਕ। ਦੈਨ ਜੋ ਇੰਪੈਰੇਟਿਵ ਸੀ, ਫਿਲ ਅਗੇਨ ਫੁੱਲ ਸਟਾਪ। ਜਿਹੜਾ ਲਾਸਟ ਐਕਸਕਲੇਮੇਟਰੀ ਹੈ, ਇਹਦਾ ਐਕਸਕਲੇਮੇਸ਼ਨ ਮਾਰਕ ਦੇ ਨਾਲ। ਸੋ ਐਕਸਰਸਾਈਜ਼ ਆਪਾਂ ਕੀ ਕਰਾਂਗੇ? ਐਕਸਰਸਾਈਜ਼। ਓਕੇ, ਰੀਅਰੇਂਜ the following words into exclamatory sentences. First देखो, foolish wean have how I, okay, exclamation mark। ਮੀਨਸ ਆਪਾਂ ਨੇ ਇਸ ਨੂੰ ਸਹੀ ਤਰੀਕੇ ਨਾਲ ਬਣਾਉਣਾ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਇਹ ਸ਼ੁਰੂ ਕਿਸ ਤਰ੍ਹਾਂ ਹੁੰਦੇ ਨੇ, ਵਟ ਜਾਂ ਹਾਊ ਦੇ ਨਾਲ। ਸੋ ਸਭ ਤੋਂ ਪਹਿਲਾਂ ਕੀ ਆ ਜਾਏਗਾ? ਹਾਊ, ਦੈਨ ਫੁਲਿਸ਼, ਦੈਨ ਆਈ, ਦੈਨ ਹੈਵ, ਦੈਨ ਵੀਨ, ਕਿ ਮੈਂ ਕਿੰਨਾ ਮੂਰਖ ਰਿਹਾ ਹਾਂ ਹੁਣ ਤੱਕ। ਇਹ ਇੱਕ ਫੀਲਿੰਗ ਆਪਣੇ ਦੱਸਦੀ। ਨੈਕਸਟ ਦੇਖੋ, ਐਕਸੀਡੈਂਟ ਟੈਰੀਬਲ, ਵਟ ਵਾਜ਼ ਇਟ। ਕੋਈ ਆਪਾਂ ਨੂੰ ਸਹੀ ਨਹੀਂ ਲੱਗ ਰਿਹਾ ਤਾਂ ਆਪਾਂ ਇਸ ਨੂੰ ਸਹੀ ਕਰਨਾ। ਤਾਂ ਸਭ ਤੋਂ ਪਹਿਲਾਂ ਕਿਸ ਨਾਲ ਸ਼ੁਰੂ ਹੁੰਦੇ ਨੇ? ਵਟ ਜਾਂ ਹਾਊ ਨਾਲ। ਸਭ ਤੋਂ ਪਹਿਲਾਂ ਕੀ ਆਏਗਾ? ਵਟ। ਮੰਨ ਲਓ ਕਿਤੇ ਐਕਸੀਡੈਂਟ ਹੋ ਗਿਆ, ਤੁਸੀਂ ਕਹੋਗੇ ਕਿੰਨਾ ਖਤਰਨਾਕ ਐਕਸੀਡੈਂਟ ਸੀ ਇਹ। ਆਪਾਂ ਹੀ ਬੋਲਦੇ ਨਾ, ਕਿੰਨਾ ਖਤਰਨਾਕ ਐਕਸੀਡੈਂਟ ਸੀ ਇਹ। ਤਾਂ ਕਿਵੇਂ ਬੋਲਾਂਗੇ ਆਪਾਂ? ਵਟ ਅ ਟੈਰੀਬਲ ਐਕਸੀਡੈਂਟ ਇਟ ਵਾਜ਼। ਵਟ ਅ ਟੈਰੀਬਲ ਐਕਸੀਡੈਂਟ ਇਟ ਵਾਜ਼। ਨੈਕਸਟ ਦੇਖੋ, ਚਲੇ ਰਹਿਣ ਦਿਓ, ਕੋਈ ਵੀ ਆ ਜਾਓ। ਦੇਖੋ ਫਿਫਥ ਦੇਖੋ ਕਿੰਨਾ, ਆਈ ਰਿਚ ਵਰ ਆਈ ਵਿਸ਼। ਮੰਨ ਲਓ ਤੁਸੀਂ ਨੇ ਹਮੇਸ਼ਾ ਜ਼ਿੰਦਗੀ ਵਿੱਚ ਕਿਹਾ ਕਿ ਸ਼ਾਇਦ ਮੈਂ ਉਹ ਹੁੰਦਾ, ਸ਼ਾਇਦ ਮੈਂ ਅਮੀਰ ਹੁੰਦਾ, ਸ਼ਾਇਦ ਮੈਂ ਖੁਸ਼ ਹੁੰਦਾ, ਸ਼ਾਇਦ ਮੈਂ 10th ਕਲਾਸ 'ਚ ਹੁੰਦਾ, ਸ਼ਾਇਦ ਮੇਰੇ ਕੋਲ ਸਾਈਕਲ ਹੁੰਦਾ। ਸੋ ਇਹ ਸਾਰੀਆਂ ਵਿਸ਼ ਕਰਦੇ ਹਾਂ ਆਪਾਂ। ਸੇ ਕਿ ਇੱਥੇ ਕੀ ਆ ਜਾਏਗਾ? ਆਈ ਵਿਸ਼, ਮੇਰੀ ਇੱਛਾ ਹੈ, ਆਈ ਵਰ ਰਿਚ, ਕਿ ਮੈਂ ਅਮੀਰ ਹੁੰਦਾ। ਪੁੱਤ ਆਏ ਦੇ ਨਾਲ ਹਮੇਸ਼ਾ ਵਾਜ਼ ਲੱਗਦਾ, ਹਮੇਸ਼ਾ ਹੀ ਸਿਖਾਇਆ ਜਾਂਦਾ। ਪਰ ਜਦੋਂ ਆਪਾਂ ਵਿਸ਼ ਕਰਦੇ ਹਾਂ
ਜਿਹੜੀਆਂ ਚੀਜ਼ ਇਮੇਜਨਰੀ ਨੇ ਉਹਨਾਂ ਦੇ ਵਿੱਚ ਹਮੇਸ਼ਾ ਵਰ ਹੀ ਲੱਗੇਗਾ। ਸੋ ਇੱਕ ਜੋ ਐਕਸਰਸਾਈਜ਼ ਹੈ ਪੂਰੀ ਕਰਨੀ ਹੈ। ਸੋ ਅੱਗੇ ਕੀ ਹੈ ਵੀ ਐਫਰਮੇਟਿਵ ਐਂਡ ਨੈਗੇਟਿਵ ਸੈਂਟੈਂਸਿਸ, ਜਿਹੜੇ ਦੁਬਾਰਾ ਮੈਂ ਦੱਸ ਦਿੱਤਾ ਸੀ ਕਿ ਐਫਰਮੇਟਿਵ ਸੈਂਟੈਂਸ ਕਿਹੜੇ ਹੁੰਦੇ ਨੇ, ਜਿਹੜੇ ਪੋਜ਼ੀਟਿਵ ਹੁੰਦੇ ਨੇ, ਨੈਗੇਟਿਵ ਕਿਹੜੇ ਹੁੰਦੇ ਨੇ, ਜਿਹੜੇ ਨਾਵਾਚਕ ਹੁੰਦੇ ਨੇ। ਸੋ ਇਹ ਸੈਂਟੈਂਸ ਦੇਖੋ, ਸੈਂਟੈਂਸਿਸ ਆਰ ਆਈਦਰ ਐਫਰਮੇਟਿਵ ਔਰ ਨੈਗੇਟਿਵ। ਜਾਂ ਤਾਂ ਹੁਣ ਆਪਾਂ ਨੂੰ ਪਤਾ ਹੈ ਕਿ ਜਾਂ ਸੈਂਟੈਂਸ ਪੋਜ਼ੀਟਿਵ ਹੋਏਗਾ ਜਾਂ ਨੈਗੇਟਿਵ ਹੋਏਗਾ। ਐਫਰਮੇਟਿਵ ਸੈਂਟੈਂਸ ਆਰ ਆਲਸੋ ਕਾਲਡ ਪੋਜ਼ੀਟਿਵ ਸੈਂਟੈਂਸ, ਜੋ ਮੈਂ ਦੱਸਤਾ। ਐਫਰਮੇਟਿਵ ਸੈਂਟੈਂਸਿਸ ਐਫਰਮ ਸਮਥਿੰਗ ਔਰ ਸਟੇਟ ਸਮਥਿੰਗ ਇਨ ਅ ਪੋਜ਼ਿਟਿਵ ਵੇ, ਮੀਨਸ ਕੋਈ ਉਹ ਸਟੇਟਮੈਂਟ ਦਿੱਤੀ ਜਾਵੇ ਉਹਨਾਂ ਦੇ ਵਿੱਚ, ਜਾਂ ਇਹ ਦੱਸ ਦਿੱਤਾ ਜਾਵੇ ਕਿ ਕੀ ਚੀਜ਼ ਹੈ, ਪੋਜ਼ਿਟਿਵ ਹੈ। ਪੋਜ਼ਿਟਿਵ ਵੇ ਦੇ ਨਾਲ ਆਪਾਂ ਕੁਛ ਨਾ ਕੁਛ ਐਕਸਪ੍ਰੈਸ ਕਰੀਏ। ਫੋਰ ਐਗਜ਼ਾਮਪਲ, ਹੀ ਇਜ਼ ਅ ਬੋਏ, ਕਿ ਉਹ ਇੱਕ ਮੁੰਡਾ ਹੈ। ਹੀ ਇਜ਼ ਅ ਗਰਲ, ਉਹ ਇੱਕ ਕੁੜੀ ਹੈ। ਹੁਣ ਮੈਂ ਕਹਿ ਦੇਵਾਂ ਹੀ ਇਜ਼ ਨੋਟ ਅ ਮੈਨ, ਕਿ ਉਹ ਇੱਕ ਆਦਮੀ ਨਹੀਂ ਹੈ। ਸੋ ਕੀ ਹੈ ਉਹ, ਹੀ ਇਜ਼ ਅ ਵੂਮਨ, ਸ਼ੀ ਇਜ਼ ਅ ਵੂਮਨ, ਕਿ ਉਹ ਕੀ ਇੱਕ ਔਰਤ ਹੈ। ਸੋ ਪੋਜ਼ੀਟਿਵ ਅਤੇ ਨੈਗੇਟਿਵ ਸੈਂਟੈਂਸ ਨੂੰ ਹੀ ਆਪਾਂ ਅੱਗੇ ਦੱਸਾਂਗੇ। ਦੇਖੋ, ਵੀ ਯੂਜ਼ ਨੋ, ਨੋਟ ਔਰ ਨੈਵਰ ਫॉर ਨੈਗੇਟਿਵ ਸੈਂਟੈਂਸ। ਆਪਾਂ ਨੈਗੇਟਿਵ ਸੈਂਟੈਂਸ ਦੇ ਵਾਸਤੇ ਹਮੇਸ਼ਾ ਜਾਂ ਤਾਂ ਨੋ ਯੂਜ਼ ਕਰਦੇ ਹਾਂ, ਜਾਂ ਨੋਟ ਯੂਜ਼ ਕਰਦੇ ਹਾਂ, ਜਾਂ ਨੈਵਰ। ਨੈਵਰ ਕੀ ਹੁੰਦਾ, ਕਦੇ ਵੀ ਨਹੀਂ। ਫੋਰ ਐਗਜ਼ਾਮਪਲ, ਹੀ ਵੁੱਡ ਨੋਟ ਲੀਵ ਦਿਸ ਸਿਟੀ, ਉਹ ਇਸ ਸਿਟੀ ਨੂੰ ਨਹੀਂ ਛੱਡੇਗਾ। ਇਹ ਕੀ ਆ ਗਿਆ, ਨੈਗੇਟਿਵ। ਸ਼ੀ ਕੈਨ ਨੋਟ ਰੀਚ ਦੇਅਰ ਇਨ ਟਾਈਮ, ਉਹ ਉੱਥੇ ਟਾਈਮ 'ਤੇ ਨਹੀਂ ਪਹੁੰਚ ਸਕਦੀ। ਆਈ ਸ਼ੈਲ ਨੈਵਰ ਹੈਲਪ ਹਿਮ, ਮੈਂ ਉਸਦੀ ਕਦੇ ਵੀ ਮਦਦ ਨਹੀਂ ਕਰਾਂਗਾ। ਦੇ ਡੂ ਨੋਟ ਅੰਡਰਸਟੈਂਡ ਆਰ ਪ੍ਰੋਬਲਮਸ, ਉਹ ਸਾਡੀਆਂ ਪ੍ਰੋਬਲਮ, ਸਾਡੀਆਂ ਮੁਸੀਬਤਾਂ ਨੂੰ ਨਹੀਂ ਸਮਝਦੇ। ਸੋ ਇਹ ਸਾਰੇ ਕੀ ਹੈਗੇ, ਨੈਗੇਟਿਵ। ਮੀਨਸ ਨੈਗੇਟਿਵ ਦੇ ਵਿੱਚ ਹਮੇਸ਼ਾ ਆਪਾਂ ਨੇ ਨੋਟ ਯੂਜ਼ ਕਰਨਾ, ਨੋ ਯੂਜ਼ ਕਰਨਾ ਅਤੇ ਨੈਵਰ ਯੂਜ਼ ਕਰਨਾ। ਨੈਕਸਟ ਦੇਖੋ, ਐਫਰਮੇਟਿਵ ਸੈਂਟੈਂਸ। ਐਫਰਮੇਟਿਵ ਦੇ ਵਿੱਚ ਮੈਂ ਦੱਸ ਦਿੱਤਾ, ਕੋਈ ਵੀ ਨੋਟ ਆ ਗਿਆ, ਜਿਸ ਦੇ ਵਿੱਚ ਨੋ ਆ ਗਿਆ, ਨੋਟ ਆ ਗਿਆ, ਜਾਂ ਨੈਵਰ ਆ ਗਿਆ, ਕੀ ਹੁੰਦੇ ਨੇ, ਨੈਗੇਟਿਵ। ਜਿਸ ਦੇ ਵਿੱਚ ਨਹੀਂ ਆਇਆ ਉਹ ਕੀ ਹੁੰਦੇ ਨੇ, ਐਫਰਮੇਟਿਵ ਜਾਂ ਪੋਜ਼ੀਟਿਵ। ਸੋ ਇਹ ਹਮੇਸ਼ਾ ਫੁੱਲ ਸਟੋਪ ਨਾਲ ਹੀ ਆਪਾਂ ਇਹਨਾਂ ਨੂੰ ਐਂਡ ਕਰਦੇ ਹਾਂ। ਐਗਜ਼ਾਮਪਲ ਕੀ ਹੈ, ਹੀ ਵੁੱਡ ਲੀਵ ਦਿਸ ਸਿਟੀ, ਪਹਿਲਾਂ ਕੀ ਸੀ, ਨੋਟ ਲਗਾਤਾ ਸੀ, ਪਰ ਇੱਥੇ ਕੀ ਹੈ, ਹੀ ਵੁੱਡ ਲੀਵ ਦਿਸ ਸਿਟੀ ਮੀਨਸ ਉਹ ਸਿਟੀ ਛੱਡੇਗਾ। ਸ਼ੀ ਕੈਨ ਰੀਚ ਦੇਅਰ ਇਨ ਟਾਈਮ, ਉਹ ਉੱਥੇ ਟਾਈਮ 'ਤੇ ਪਹੁੰਚ ਸਕਦੀ ਹੈ। ਸੋ ਆਈ ਸ਼ੈਲ ਹੈਲਪ ਹਿਮ, ਉਸ ਦੀ ਮਦਦ ਕਰਾਂਗਾ। ਦੇ ਅੰਡਰਸਟੈਂਡ ਆਰ ਪ੍ਰੋਬਲਮਸ, ਉਹ ਸਾਡੀਆਂ ਪ੍ਰੋਬਲਮਸ ਨੂੰ ਸਮਝਦੇ ਹਨ। ਮੀਨ ਜਿਸ ਦੇ ਵਿੱਚ ਨੋ, ਨੋਟ ਜਾਂ ਨੈਵਰ ਆ ਜੋ ਨੈਗੇਟਿਵ, ਜਿਸ ਦੇ ਵਿੱਚ ਨਾ ਆਵੇ ਉਹ ਪੋਜ਼ੀਟਿਵ ਜਾਂ ਐਫਰਮੇਟਿਵ। ਸੋ ਸਮ ਨੈਗੇਟਿਵ ਸੈਂਟੈਂਸਿਸ ਕੈਨ ਹੈਵ ਟੂ ਫੋਰਮਸ, ਕਹਿੰਦੇ ਜਿਹੜੇ ਨੈਗੇਟਿਵ ਸੈਂਟੈਂਸ ਨੇ ਉਹਨਾਂ ਦੀਆਂ ਟੂ ਫੋਰਮਸ ਹੁੰਦੀਆਂ ਨੇ। ਦਿਸ ਇਜ਼ ਐਕਸਟਰਾ, ਸੋ ਲੀਵ ਇਟ, ਗੋ ਅਹੈਡ। ਹਾਂ, ਇਹ ਬਹੁਤ ਵਧੀਆ ਚੀਜ਼ ਆ ਜਿਹੜਾ ਤੁਸੀਂ ਪੜ੍ਹਨਾ। ਜਿਹੜਾ ਡੂ ਨੋਟ ਹੈ ਇਹਨੂੰ ਤੁਸੀਂ ਕੀ ਲਿਖ ਸਕਦੇ ਹੋ, ਡੋਂਟ ਵੀ ਲਿਖ ਸਕਦੇ ਹੋ। ਡਜ਼ ਨੋਟ ਨੂੰ ਡਜ਼ ਲਿਖ ਕੇ, ਮੀਨਸ ਜਿਵੇਂ ਡਜ਼ ਨੋਟ ਹੈ, ਪਹਿਲਾਂ ਡਜ਼ ਲਿਖ ਲਓ, ਫਿਰ ਐਨ, ਉਹ ਦੀ ਜਗ੍ਹਾ 'ਤੇ ਬਸ ਕੋਮਾ ਪਾਉਣਾ ਉੱਪਰ, ਕਿਤੇ ਵੀ ਸਾਰਿਆਂ ਦੇ ਵਿੱਚ ਇਹ। ਜਿਵੇਂ ਹੈਡ ਨੋਟ, ਹੈਡ ਲਗਾ ਦਿਓ, ਐਨ ਦੈਨ ਕੋਮਾ ਦੈਨ ਨੋਟ। ਜਿਵੇਂ ਵਿਲ ਨੋਟ, ਇਹ ਐਕਸੈਪਸ਼ਨ ਹੈ। ਵਿਲ ਨੋਟ ਨੂੰ ਤੁਸੀਂ ਕੀ ਲਿਖੋਗੇ, WON ਦੈਨ ਕੋਮਾ NT। ਬਾਕੀ ਸਾਰਿਆਂ 'ਚ ਕੋਈ ਐਕਸੈਪਸ਼ਨ ਨਹੀਂ ਹੈ। ਜਿਵੇਂ ਵੁੱਡ ਨੋਟ, ਵੁੱਡ ਲਾ ਦਿਓ, N ਦੈਨ ਕੋਮਾ ਦੈਨ T। ਸਿਰਫ ਵਿਲ ਨੋਟ ਇਕੱਲੀ ਐਕਸੈਪਸ਼ਨ ਹੈ ਜਿਹਦੇ ਵਿੱਚ ਤੁਸੀਂ ਨੇ ਕੀ ਲਿਖਣਾ, ਵੋਂਟ। ਹੁਣ ਕੀ ਬੋਲਾਂਗੇ, ਵੋਂਟ। ਵਿਲ ਨੋਟ ਨੂੰ ਵੋਂਟ। ਬਾਕੀ ਸਾਰਿਆਂ ਦੇ ਵਿੱਚ ਸਾਰਾ ਸੇਮ ਟੂ ਸੇਮ ਹੈ। ਜਿਵੇਂ ਕੈਨ ਨੋਟ, ਕੈਨ ਦੋ ਐਨ ਆ ਗਿਆ ਤਾਂ ਕਰਕੇ ਕੀ ਲਾਂਗੇ, ਕੈਨ ਇੱਕ ਪਾ ਦਿਓ, ਦੈਨ ਕੋਮਾ ਦੈਨ ਨੋਟ। ਸੋ ਇਹ ਵੀ ਬਹੁਤ ਵਧੀਆ ਚੀਜ਼ ਹੈ ਅਗਰ ਤੁਸੀਂ ਯਾਦ ਕਰਨਾ ਚਾਹੋ। ਅਦਰਵਾਈਜ਼ ਤੁਸੀਂ ਜੇ ਸਿੱਧਾ ਲਿਖਣਾ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ, ਕੋਈ ਗਲਤ ਨਹੀਂ ਆ। ਜੇ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਤਾਂ ਇਹ ਵੀ ਬੈਟਰ ਹੈ, ਨੋ ਪ੍ਰੋਬਲਮ। ਸੋ ਨੈਕਸਟ ਕੀ ਐਕਸਰਸਾਈਜ਼, ਇੰਡੀਕੇਟ ਵੈਦਰ ਦਾ ਸੈਂਟੈਂਸ ਇਜ਼ ਐਫਰਮੇਟਿਵ, ਇੰਟੈਰੋਗੇਟਿਵ, ਨੈਗੇਟਿਵ, ਇੰਪੈਰੇਟਿਵ ਔਰ ਐਕਸਕਲੇਮੇਟਰੀ। ਜਿੰਨੇ ਵੀ ਆਪਾਂ ਨੇ ਹੁਣ ਤੱਕ ਸੈਂਟੈਂਸ ਪੜ੍ਹੇ ਨੇ ਉਹਨਾਂ ਦੇ ਅਕੋਰਡਿੰਗ ਇਹਨਾਂ ਸੈਂਟੈਂਸ ਦੀ ਆਪਾਂ ਨੇ ਕੀ ਕਰਨੀ ਹੈ, ਪਹਿਚਾਣ ਕਰਨੀ ਹੈ। ਫਸਟ ਦੇਖੋ, ਸ਼ੀ ਮੈਟ ਮੀ ਡੇ ਬਿਫੋਰ ਜਸਟਰਡੇ, ਉਹ ਮੈਨੂੰ ਕੀ ਸੀਗੀ, ਕੱਲ੍ਹ ਤੋਂ ਪਹਿਲਾਂ ਮਿਲੀ ਸੀ। ਉਹ ਮੈਨੂੰ ਕੱਲ੍ਹ ਤੋਂ ਪਹਿਲਾਂ ਮਿਲੀ ਸੀ। ਦੇਖੋ ਇਹਦੇ ਵਿੱਚ ਨੋ ਨਹੀਂ ਆਇਆ, ਨੋਟ ਨਹੀਂ ਆਇਆ, ਨੈਵਰ ਨਹੀਂ ਆਇਆ। ਇਟ ਮੀਨਸ ਸਭ ਤੋਂ ਪਹਿਲਾਂ ਇਹ ਕੀ ਹੈਗਾ, ਆਪਾਂ ਡਿਕਲੇਰੇਟਿਵ ਦੇਖਾਂਗੇ। ਦੇਖੋ ਇਹਦੇ ਵਿੱਚ ਕੀ ਹੈ, ਕੋਈ ਵੀ ਫੁੱਲ ਸਟੋਪ ਹੈ ਪਿੱਛੇ, ਫੁੱਲ ਸਟੋਪ ਕਿਸ 'ਚ ਲੱਗਦੀ ਹੈ, ਇੰਟੈਰੋਗੇਟਿਵ 'ਚ ਨਹੀਂ ਲੱਗਦੀ ਫਸਟ ਆਫ ਆਲ, ਅਤੇ ਐਕਸਕਲੇਮੇਟਰੀ 'ਚ ਨਹੀਂ ਲੱਗਦੀ। ਤਾਂ ਇਹ ਦੋ ਸੈਂਟੈਂਸ ਰਹਿ ਗਏ। ਦੋ ਕਿਹੜੇ, ਡਿਕਲੇਰੇਟਿਵ ਵੀ ਹੋ ਸਕਦਾ ਹੈ ਜਾਂ ਇੰਪੈਰੇਟਿਵ ਵੀ ਹੋ ਸਕਦਾ ਹੈ। ਦੇਖੋ ਇਹਦੇ ਵਿੱਚ ਡਿਕਲੇਰੇਟਿਵ ਜਾਂ ਇੰਪੈਰੇਟਿਵ ਦੇ ਵਿੱਚੋਂ ਆਪਾਂ ਦੇਖਾਂਗੇ ਇੰਪੈਰੇਟਿਵ ਕਿਉਂ ਨਹੀਂ ਹੋ ਸਕਦਾ। ਇਹਦੇ ਵਿੱਚ ਕੋਈ ਵੀ ਨਾ ਤਾਂ ਆਰਡਰ ਦਿੱਤਾ ਹੈ, ਨਾ ਰਿਕਵੈਸਟ ਕੀਤੀ ਹੈ, ਕੁਛ ਵੀ ਨਹੀਂ ਕੀਤਾ। ਸੋ ਇਹ ਕੀ ਬਣ ਗਿਆ, ਡਿਕਲੇਰੇਟਿਵ। ਹੁਣ ਡਿਕਲੇਰੇਟਿਵ ਦੇ ਵਿੱਚ ਅੱਗੇ ਦੇਖੋ ਇਹਦੇ ਵਿੱਚ ਨੋਟ ਨਹੀਂ ਆਇਆ, ਨੈਵਰ ਨਹੀਂ ਆਇਆ ਅਤੇ ਨਾ ਹੀ ਨੋ ਆਇਆ, ਤਾਂ ਇਹ ਕੀ ਬਣ ਗਿਆ, ਐਫਰਮੇਟਿਵ। ਸੋ ਇਹ ਸੈਂਟੈਂਸ ਕੀ ਹੈ, ਐਫਰਮੇਟਿਵ। ਨੈਕਸਟ ਦੇਖੋ, ਆਈ ਡਿਡ ਨੋਟ ਗੋ ਦੇਅਰ ਵਿਲਿੰਗਲੀ, ਮੈਂ ਉੱਥੇ ਆਪਣੀ ਮਰਜ਼ੀ ਦੇ ਨਾਲ
ਨਹੀਂ ਗਿਆ ਸੀ। ਇਹਦੇ ਵਿੱਚ ਕੀ ਹੈਗਾ ਨਾਟ, ਇਟ ਮੀਨਸ ਨੈਗੇਟਿਵ, ਸਿੱਧਾ ਹੀ ਪਤਾ ਹੈ। ਵਾਟ ਅ ਬੋਲਡ ਲੇਡੀ ਸ਼ੀ ਵਾਜ਼, ਇਹ ਤਾਂ ਸਿੱਧਾ ਹੀ ਪਤਾ ਜਿਹਦੇ ਪਿੱਛੇ ਇਹ ਮਾਰਕ ਆ ਜਾਏ, ਐਕਸਕਲੇਮੇਟਰੀ ਮਾਰਕ ਆ ਜਾਓ, ਕਿਹੜੇ ਹੁੰਦੇ ਨੇ ਐਕਸਕਲੇਮੇਟਰੀ ਸੈਂਟੈਂਸਿਸ ਦੇ ਵਿੱਚ। ਨੈਕਸਟ ਦੇਖ ਲਓ, ਹੀ ਹੈਡ ਨੈਵਰ ਮੈਟ ਮੀ ਬਿਫੋਰ, ਉਹ ਮੈਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਮਿਲਿਆ, ਕੀ ਆ ਗਿਆ ਨੈਗੇਟਿਵ। 6th ਦੇਖੋ, ਸ਼ੁੱਡ ਆਈ ਅਕੰਪਨੀ ਯੂ ਟੂ ਦਾ ਹੌਸਪੀਟਲ, ਕਿ ਮੈਨੂੰ ਤੁਹਾਡੇ ਨਾਲ ਜਾਣਾ ਚਾਹੀਦਾ ਹੌਸਪੀਟਲ ਤੱਕ। ਲਾਸਟ ਦੇਖੋ ਕੁਐਸਚਨ ਮਾਰਕ ਹੈ ਤਾਂ ਕੀ ਆ ਗਿਆ ਇੰਟਰੋਗੇਟਿਵ ਆ ਗਿਆ। 5th ਵੀ ਦੇਖ ਲਓ, ਪਲੀਜ਼ ਟੈਲ ਮੀ ਦਾ ਵੇ ਟੂ ਦਾ ਸਟੇਸ਼ਨ, ਕਿਰਪਾ ਕਰਕੇ ਮੈਨੂੰ ਸਟੇਸ਼ਨ ਦਾ ਰਸਤਾ ਦੱਸ ਦਿਓ। ਪਲੀਜ਼ ਆ ਗਿਆ, ਰਿਕਵੈਸਟ ਕੀਤੀ ਹੈ, ਕੀ ਆ ਗਿਆ ਇੰਪੈਰੇਟਿਵ ਆ ਗਿਆ। ਸੋ ਇਸ ਤਰ੍ਹਾਂ ਆਪਾਂ ਨੇ ਇਹਨਾਂ ਦੀ ਪਹਿਚਾਣ ਕਰਨੀ ਹੈ। ਸੋ ਇਹ ਐਕਸਰਸਾਈਜ਼ ਤੁਸੀਂ ਨੇ ਕਰਨੀ ਹੈ ਬੁੱਕਸ ਦੇ ਉੱਪਰ ਹੀ। ਸੋ ਆਈ ਵਿਲ ਸੈਂਡ ਯੂ ਦਾ ਫੋਟੋ, so you can take help from that photo. So hope you understand the lesson. We will discuss the next portion or remaining portion of the chapter in the next video. Thank you very much.